ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ। ਪੰਜਾਬੀ ਐਜੂਕੇਸ਼ਨ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪਿਆਰੇ ਬੱਚਿਓ, ਅੱਜ ਅਸੀਂ ਪੰਜਾਬੀ ਵਿਆਕਰਨ ਭਾਗ ਦੇ ਵਿੱਚੋਂ ਅਖਾਣਾਂ ਵਾਲੇ ਭਾਗ ਨੂੰ ਪੜ੍ਹਾਂਗੇ ਅਤੇ ਸਮਝਦੇ ਹਾਂ ਕਿ ਅਖਾਣਾਂ ਕੀ ਹਨ ਅਤੇ ਜੀਵਨ ਦੇ ਵਿੱਚ ਅਸੀਂ ਅਖਾਣਾਂ ਦੀ ਵਰਤੋਂ ਕਰਕੇ ਆਪਣੀ ਗੱਲਬਾਤ ਅਤੇ ਆਪਣੀ ਸ਼ਖਸੀਅਤ ਨੂੰ ਕਿੱਦਾਂ ਪ੍ਰਭਾਵਸ਼ਾਲੀ ਬਣਾ ਸਕਦੇ ਹਾਂ। ਪਿਆਰੇ ਬੱਚਿਓ, ਜੋ ਅਖਾਣਾਂ ਹੁੰਦੀਆਂ ਹਨ ਇਹ ਜੀਵਨ ਦੀਆਂ ਲੋਕ ਸੱਚਾਈਆਂ ਦੇ ਆਧਾਰ 'ਤੇ ਹੀ ਜਾਂਚ ਕੇ ਪਰਖ ਕੇ ਬਣਾਈਆਂ ਗਈਆਂ ਹਨ। ਸੋ ਜੋ ਵਿਅਕਤੀ ਜੀਵਨ ਦੇ ਵਿੱਚ ਜਦੋਂ ਵੀ ਕਿਸੇ ਦੂਸਰੇ ਵਿਅਕਤੀ ਨਾਲ ਗੱਲਬਾਤ ਕਰਦੇ ਹਨ, ਅਖਾਣਾਂ ਜਾਂ ਮੁਹਾਵਰਿਆਂ ਦਾ ਹਵਾਲਾ ਦੇ ਕੇ ਆਪਣੀ ਗੱਲਬਾਤ ਕਰਦੇ ਹਨ, ਤਾਂ ਉਹਨਾਂ ਦੀ ਜੋ ਗੱਲਬਾਤ ਹੈ, ਜਿੱਥੇ ਉਹ ਪ੍ਰਭਾਵਸ਼ਾਲੀ ਹੁੰਦੀ ਹੈ, ਉੱਥੇ ਬੜੀ ਢੁਕਵੀਂ ਅਤੇ ਦੂਸਰੇ ਬੰਦੇ ਦੇ ਸਮਝ ਵੀ ਬਹੁਤ ਜਲਦੀ ਪੈਂਦੀ ਹੈ। ਸੋ ਲੋਕ ਅਖਾਣਾਂ ਅਤੇ ਲੋਕ ਮੁਹਾਵਰਿਆਂ ਨੂੰ ਸਮਝ ਲਈ ਸਾਨੂੰ ਪੰਜਾਬੀ ਸੱਭਿਆਚਾਰ ਦੀ ਜੋ ਸਾਡੀ ਪੁਰਾਤਨ ਰਹਿਣ ਸਹਿਣ ਹੈ ਜਾਂ ਜ਼ਿੰਦਗੀ ਦੀਆਂ ਜੋ ਗੱਲਾਂ ਬਾਤਾਂ ਨੇ, ਉਹਨਾਂ ਦੀ ਸਮਝ ਅਤੇ ਸੂਝ-ਬੂਝ ਵੀ ਹੋਣੀ ਬਹੁਤ ਜ਼ਰੂਰੀ ਹੈ। ਸੋ ਜੋ ਅਖਾਣਾਂ ਅਤੇ ਅਖੌਤਾਂ ਅਸੀਂ ਵੇਖਦੇ ਹਾਂ, ਸੁਣਦੇ ਹਾਂ, ਅਤੇ ਮੁਹਾਵਰੇ ਅਤੇ ਅਖਾਣਾਂ ਕਈ ਵਾਰ ਸਾਨੂੰ ਇੱਕੋ ਜਿਹੀਆਂ ਲੱਗਦੀਆਂ ਹਨ। ਸੋ ਮੁਹਾਵਰੇ ਦੇ ਵਿੱਚ ਇੱਕ ਵਾਕ ਦਿੱਤਾ ਹੁੰਦਾ ਹੈ, ਉਸ ਦੇ ਅਰਥ ਦੱਸ ਕੇ ਅਸੀਂ ਉਹਦੇ ਨਾਲ ਸੰਬੰਧਿਤ ਇੱਕ ਹੋਰ ਵਾਕ ਬਣਾਉਣਾ ਹੁੰਦਾ ਹੈ, ਜਦ ਕਿ ਜੋ ਅਖਾਣ ਹੈ ਉਹ ਆਪਣੇ ਆਪ ਵਿੱਚ ਹੀ ਇੱਕ ਅਰਥਾਂ ਨੂੰ ਸਮੋ ਕੇ ਰੱਖਦੀ ਹੈ। ਉਸ ਅਖਾਣ ਦੇ ਅਰਥ ਹੀ ਉਸ ਦੇ ਨਾਲ ਸੰਬੰਧਿਤ ਵਾਕ ਨੂੰ ਆਪਣੇ ਵਿੱਚੋਂ ਕੱਢਦੇ ਹਨ। ਆਓ ਤੁਹਾਡੇ ਪਾਠਕ੍ਰਮ ਦੇ ਵਿੱਚ ਦਿੱਤੀਆਂ ਗਈਆਂ ਕੁਝ ਅਖਾਣਾਂ ਨੂੰ ਪੜ੍ਹਦੇ ਹਾਂ ਅਤੇ ਜਾਣਦੇ ਹਾਂ ਇਹਨਾਂ ਅਖਾਣਾਂ ਦੀ ਜੀਵਨ ਵਿੱਚ ਕਿੱਦਾਂ ਵਰਤੋਂ ਹੁੰਦੀ ਹੈ। ਪਹਿਲੀ ਹੈ ਕਿ ਉਹ ਕਿਹੜੀ ਗਲੀ ਜਿੱਥੇ ਭਾਗੋਂ ਨਹੀਂ ਖਾਲੀ। ਇਸ ਅਖਾਣ ਦਾ ਅਰਥ ਹੈ ਕਿ ਇਹ ਅਖਾਣ ਹਰ ਥਾਂ ਮੌਜੂਦ ਰਹਿਣ ਵਾਲੇ ਵਿਅਕਤੀਆਂ ਲਈ ਵਰਤਿਆ ਜਾਂਦਾ ਹੈ, ਜੋ ਵਿਅਕਤੀ ਹਰੇਕ ਥਾਵੇਂ ਸਾਨੂੰ ਨਜ਼ਰੀ ਪੈਣ। ਸੁਨੀਲ ਨੂੰ ਸਵੇਰੇ ਮੈਂ ਬਾਜ਼ਾਰ ਮਿਲਿਆ, ਸ਼ਾਮੀ ਗੁਰਦੁਆਰੇ ਫਿਰਦਾ ਸੀ। ਰਾਤ ਵੇਲੇ ਸਰਪੰਚ ਦੇ ਘਰ ਵਿਆਹ 'ਤੇ ਵੀ ਪੁੱਜਿਆ ਹੋਇਆ ਸੀ। ਉਸ ਨੂੰ ਵੇਖ ਕੇ ਮੈਂ ਕਿਹਾ, ਸੁਨੀਲ, ਤੇਰੀ ਤਾਂ ਉਹ ਗੱਲ ਹੈ ਕਿ ਉਹ ਕਿਹੜੀ ਗਲੀ ਜਿੱਥੇ ਭਾਗੋਂ ਨਹੀਂ ਖਲੀ, ਵੀ ਮੈਂ ਜਿੱਥੇ ਵੀ ਤੈਨੂੰ ਦੇਖਦਾ ਤੂੰ ਮੈਨੂੰ ਉੱਥੇ ਹੀ ਮਿਲਦਾ। ਜੇ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਤੁਸੀਂ ਨੇ ਕਹਿਣਾ ਹੋਵੇ ਬੇਟਾ, ਉੱਥੇ ਇਹ ਅਖਾਣ ਦੀ ਵਰਤੋਂ ਹੁੰਦੀ ਹੈ। 2 ਨੰਬਰ ਅਖਾਣ ਹੈ ਕਿ ਉਹ ਦਿਨ ਡੁੱਬਾ ਜਦੋਂ ਘੋੜੀ ਚੜ੍ਹਿਆ ਕੁੱਬਾ। ਇਹ ਅਖਾਣ ਉਸ ਨਿਕੰਮੇ ਆਦਮੀ ਲਈ ਵਰਤਿਆ ਜਾਂਦਾ ਹੈ ਜਿਹੜਾ ਗੱਲਾਂ ਬਹੁਤ ਕਰੇ ਪਰ ਕੋਈ ਕੰਮ ਨਾ ਕਰ ਸਕਦਾ ਹੋਵੇ। ਹਰਪ੍ਰੀਤ ਕਿਤਾਬਾਂ ਨੂੰ ਹੱਥ ਨਹੀਂ ਲਾਉਂਦਾ, ਪਰ ਉਹ ਆਪਣੇ ਕਈ ਦੋਸਤਾਂ ਅੱਗੇ ਗੱਪਾਂ ਮਾਰ ਰਿਹਾ ਸੀ ਕਿ ਉਹ ਸਦਾ ਮੈਰਿਟ ਵਿੱਚ ਆਉਂਦਾ ਹੈ। ਇਹ ਗੱਲ ਜਦੋਂ ਮੈਨੂੰ ਪਤਾ ਲੱਗੀ ਤਾਂ ਮੈਂ ਕਿਹਾ ਕਿ ਉਹ ਦਿਨ ਡੁੱਬਾ ਜਦੋਂ ਘੋੜੀ ਚੜ੍ਹਿਆ ਕੁੱਬਾ, ਵੀ ਭਾਈ ਉਹ ਦਿਨ ਡੁੱਬ ਜੂਗਾ ਜਿੱਦਾਂ ਇਹ ਕੁੱਬਾ ਬੰਦਾ ਘੋੜੀ ਚੜ੍ਹ ਜੂ, ਵੀ ਇਹ ਤਾਂ ਜਮਾਂ ਮਿਹਨਤ ਨਹੀਂ ਕਰਦਾ, ਇਹ ਬੰਦਾ ਮੈਰਿਟ ਦੇ ਵਿੱਚ ਕਿੱਦਾਂ ਆ ਜਾਏਗਾ। ਅਖਾਣ ਨੰਬਰ 3, ਉਲਟੀ ਵਾੜ ਖੇਤ ਨੂੰ ਖਾਏ। ਇਹ ਅਖਾਣ ਉਸ ਸਮੇਂ ਵਰਤਿਆ ਜਾਂਦਾ ਹੈ ਜਦੋਂ ਹਾਕਮ ਹੀ ਪਰਜਾ ਨੂੰ ਦੁੱਖ ਦੇਣ ਲੱਗ ਪੈਣ, ਭਾਵ ਜਦੋਂ ਲੀਡਰ ਹੀ ਜਨਤਾ ਨੂੰ ਦੁਖੀ ਕਰਨ ਲੱਗ ਜਾਣ, ਭਾਵ ਜਿਸ ਬੰਦੇ ਤੋਂ ਸਾਨੂੰ ਉਮੀਦ ਹੋਵੇ ਕਿ ਸਾਡੀ ਰੱਖਿਆ ਕਰੇਗਾ ਉਹੀ ਸਾਨੂੰ ਨੁਕਸਾਨ ਪਹੁੰਚਾਵੇ। ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਚਿੱਤਰ ਪੇਸ਼ ਕਰਦਿਆਂ ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ ਉਸ ਸਮੇਂ ਦੇ ਹਾਕਮ ਜਨਤਾ 'ਤੇ ਜ਼ੁਲਮ ਕਰਦੇ ਸਨ। ਉਹਨਾਂ ਦੀ ਤਾਂ ਉਲਟੀ ਵਾੜ ਖੇਤ ਨੂੰ ਖਾਣ ਵਾਲੀ ਗੱਲ ਸੀ। ਬਾਬਰ ਨੂੰ ਜਾਬਰ ਕਹਿਣ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੇਟਾ, ਜਦੋਂ ਬਾਬਰ ਦਾ ਰਾਜ ਸੀ ਉਸ ਸਮੇਂ ਜਿਹੜੇ ਲੋਕ ਸੀ ਬਹੁਤ ਦੁਖੀ ਸਨ, ਬਹੁਤ ਦੁੱਖ ਤਕਲੀਫਾਂ ਉਹ ਸਹਿ ਰਹੇ ਸਨ ਉਸ ਦੇ ਸ਼ਾਸਨ ਦੌਰਾਨ। ਸੋ ਬੇਟਾ ਦੇਖਿਆ ਜਾਂਦਾ ਕਿ ਬਾਬਰ ਨੂੰ ਜ਼ਾਲਮ ਗੁਰੂ ਜੀ ਨੇ ਕਿਹਾ। ਹੁਣ ਇਹ ਇਸ ਅਖਾਣ ਨਾਲ ਕਿਵੇਂ ਢੁਕਦਾ ਕਿ ਜਿਹੜੀ ਜਨਤਾ ਹੁੰਦੀ ਹੈ ਉਹ ਆਪਣੇ ਰਾਜੇ ਤੋਂ ਇਹ ਉਮੀਦ ਕਰਦੀ ਹੈ ਕਿ ਸਾਨੂੰ ਸੁਖੀ ਰੱਖੇਗਾ, ਸਾਡੀਆਂ ਸਮੱਸਿਆਵਾਂ ਦਾ ਸਮਾਧਾਨ ਕਰੇਗਾ, ਹੱਲ ਕਰੇਗਾ। ਅਤੇ ਕਿਹਾ ਜਾਂਦਾ ਕਿ ਉਸ ਸਮੇਂ ਦਾ ਜਿਹੜਾ ਸ਼ਾਸਨ ਸੀ, ਸ਼ਾਸਕ ਸੀ, ਰਾਜਾ ਸੀ ਬਾਬਰ, ਉਹ ਹੀ ਆਮ ਜਨਤਾ ਨੂੰ ਲੁੱਟ ਕੇ ਖਾ ਰਿਹਾ ਸੀ। ਤਾਂ ਇਹ ਗੱਲ ਹੋ ਗਈ ਉਲਟੀ ਵਾੜ ਖੇਤ ਨੂੰ ਖਾਏ। ਵਾੜ ਹੁੰਦੀ ਹੈ ਬੇਟਾ ਖੇਤ ਦੀ ਫਸਲ ਨੂੰ ਬਚਾਉਣ ਵਾਲੀ। ਜੇ ਸਾਡੀ ਰੱਖਿਆ ਕਰਨ ਵਾਲਾ ਹੀ ਸਾਡੇ 'ਤੇ ਅਤਿਆਚਾਰ ਕਰੇ ਤਾਂ ਉੱਥੇ ਇਹ ਅਖਾਣ ਦੀ ਵਰਤੋਂ ਹੁੰਦੀ ਹੈ। 4 ਨੰਬਰ ਹੈ ਅਕਲ ਦਾ ਅੰਨਾ ਅਤੇ ਗੰਢ ਦਾ ਪੂਰਾ। ਇਹ ਬੇਟਾ ਮੁਹਾਵਰੇ ਨਹੀਂ ਹੋ ਸਕਦੇ, ਜਿਵੇਂ ਅਸੀਂ ਕਹਿੰਦੇ ਕਿ ਜਿਵੇਂ ਮੁਹਾਵਰੇ ਬਹੁਤ ਸੌਖੇ ਬਣ ਜਾਂਦੇ ਨੇ, ਇਹਨਾਂ ਅਖਾਣਾਂ ਦੇ ਅਰਥ ਤੁਹਾਨੂੰ ਸਮਝਣੇ
बहुत ਜ਼ਰੂਰੀ ਹਨ ਤੇ ਇਹਨਾਂ ਦਾ ਭਾਵ ਕੀ ਹੈ। ਇਹਨਾਂ ਦਾ ਭਾਵ ਸਮਝਣਾ ਹੀ ਅਖਾਣ ਦੀ ਸਹੀ ਵਰਤੋਂ ਕਰਨਾ ਹੈ। ਅਕਲ ਦਾ ਅੰਨਾ ਤੇ ਗੰਢ ਦਾ ਪੂਰਾ ਉਹ ਆਦਮੀ ਜਿਹੜਾ ਅਮੀਰ ਹੋਵੇ ਪਰ ਬੇਸਮਝ ਹੋਵੇ। ਚੌਧਰੀ ਹੋਰਾਂ ਨੂੰ ਪਾਰਟੀ ਨੇ ਟਿਕਟ ਤਾਂ ਦਿੱਤੀ ਹੈ ਪਰ ਲੋਕ ਉਸ ਬਾਰੇ ਇਲਾਕੇ ਵਿੱਚ ਇਹ ਆਖਦੇ ਸੁਣੇ ਜਾਂਦੇ ਹਨ ਕਿ ਉਹ ਅਕਲ ਦਾ ਅੰਨਾ ਹੈ ਤੇ ਗੰਢ ਦਾ ਪੂਰਾ ਹੈ। ਉਹ ਲੋਕਾਂ ਦਾ ਕੁਝ ਨਹੀਂ ਸਵਾਰ ਸਕਦਾ। ਹੁਣ ਬੇਟਾ ਮਤਲਬ ਚੌਧਰੀ ਹੋਰਾਂ ਨੂੰ ਕੋਈ ਬੰਦਾ ਚੌਧਰੀ ਵੀ ਉਹਨੂੰ ਪਾਰਟੀ ਨੇ ਟਿਕਟ ਦੇ ਦਿੱਤੀ, ਜਿਹੜੇ ਲੋਕ ਕਹਿੰਦੇ ਨੇ ਵੀ ਉਹਨੂੰ ਅਕਲ ਤਾਂ ਹੈ ਨਹੀਂ, ਪੈਸੇ ਨੂੰ ਕੀ ਕਰਾਂਗੇ। ਜਿੱਥੇ ਬੇਟਾ ਇਸ ਤਰ੍ਹਾਂ ਦਾ ਵਿਅਕਤੀ ਲਈ ਕੋਈ ਕਹਿਣਾ ਹੋਵੇ ਕਿ ਉਹ ਅਮੀਰ ਤਾਂ ਬੇਸ਼ੱਕ ਹੈਗਾ ਪਰ ਸਮਝ ਨਹੀਂ ਹੈਗੀ, ਆਪਾਂ ਕਹੀਏ ਵੀ ਉਹ ਲੀਡਰ ਬਣ ਗਿਆ ਉਹਨੂੰ ਸਮਝ ਤਾਂ ਹੈ ਨਹੀਂ, ਪੈਸੇ ਨੂੰ ਕੀ ਕਰਾਂਗੇ। ਇਹ ਅਮੀਰ ਬੰਦਾ ਇਹ ਸਾਡਾ ਲੀਡਰ ਬਣ ਗਿਆ, ਉਹ ਸਮਝਦਾਰੀ ਨਹੀਂ। ਜੇਕਰ ਸਮਝਦਾਰ ਬੰਦਾ ਸਾਡਾ ਲੀਡਰ ਬਣਦਾ, ਬੇਸ਼ੱਕ ਉਹ ਅਮੀਰ ਨਾ ਹੋਵੇ, ਉਹ ਆਪ ਵੀ ਅਮੀਰ ਹੋ ਜਾਏਗਾ ਅਤੇ ਜਨਤਾ ਨੂੰ ਵੀ ਅਮੀਰ ਕਰੇਗਾ। ਜਿਹੜਾ ਬੰਦਾ ਅਮੀਰ ਹੈਗਾ ਪਰ ਸਮਝਦਾਰ ਨਹੀਂ, ਉਹ ਹੋ ਸਕਦਾ ਆਉਣ ਵਾਲੇ ਸਮੇਂ 'ਚ ਆਪ ਵੀ ਗਰੀਬ ਹੋ ਜਾਏ ਅਤੇ ਜਨਤਾ ਨੂੰ ਤਾਂ ਹੋਰ ਗਰੀਬ ਕਰੇਗਾ ਹੀ ਕਰੇਗਾ। ਅਗਲਾ ਹੈਗਾ ਬੇਟਾ 5 ਨੰਬਰ 1 1 ਅਤੇ 2 11। ਜਿੱਥੇ ਅਸੀਂ ਕਹਿਣਾ ਹੋਵੇ ਵੀ ਇੱਕ ਬੰਦਾ ਖੜਾ ਤਾਂ ਇੱਕ ਹੀ ਆ, ਜੇ ਇੱਕ ਏਕੇ ਦੇ ਨਾਲ ਇੱਕ ਏਕਾ ਹੋਰ ਲਾ ਦਈਏ ਤਾਂ 11 ਬਣ ਗਏ। ਕਹਿੰਦੇ ਇੱਕ ਇੱਕ ਹੁੰਦਾ ਭਾਈ, ਜੇ ਇੱਕ ਨਾਲ ਇੱਕ ਹੋਰ ਹੋ ਜੇ ਤਾਂ ਉਹ 11 ਬਣ ਜਾਂਦੇ ਨੇ। ਜਿਵੇਂ ਇਹ ਅਖਾਣ ਏਕਤਾ ਦੀ ਮਹੱਤਤਾ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਆਪਾਂ ਕਹਾਂਗੇ ਭਾਈ ਤੂੰ ਇਕੱਲਾ ਹੈ ਨਾ, ਤੂੰ ਇਕੱਲਾ ਹੀ ਰਹੇਗਾ, ਜੇ ਤੂੰ ਆਪਦੇ ਨਾਲ ਕਿਸੇ ਹੋਰ ਨੂੰ ਖੜਾ ਲੇਂਗਾ ਭਾਵ 2 ਹੋ ਜਗੇ। ਮਤਲਬ ਕਹਿੰਦੇ ਇੱਕ ਏਕੇ ਹੁੰਦਾ, ਇਕੱਲਾ ਇਕੱਲਾ ਹੀ ਹੁੰਦਾ, ਜੇ ਤੂੰ ਆਪਦੇ ਏਕੇ ਦੇ ਨਾਲ ਇੱਕ ਏਕਾ ਹੋਰ ਖੜਾ ਕਰ ਲੇਂਗਾ ਤਾਂ 11 ਬਣ ਜਾਓਗੇ। ਭਾਵ ਬੇਟਾ ਵੀ ਏਕਤਾ ਵਿੱਚ ਬਲ ਹੈ, ਇਹ ਇੱਕ ਇੱਕ ਹੀ ਹੁੰਦਾ, ਮਤਲਬ ਇਕੱਲਾ ਇਕੱਲਾ ਹੀ ਹੁੰਦਾ। ਜੇ ਤੁਹਾਡੇ ਨਾਲ ਕੋਈ ਹੋਰ ਭੈਣ ਭਾਈ ਖੜ੍ਹ ਜਾਂਦਾ ਜਾਂ ਤੁਸੀਂ ਦੂਸਰਿਆਂ ਨੂੰ ਨਾਲ ਲੈ ਕੇ ਚੱਲਦੇ ਹੋ ਤਾਂ ਤੁਸੀਂ ਜੇ 2 ਹੋ ਤਾਂ 11 ਦੇ ਬਰਾਬਰ ਹੋ, ਜੇ ਇਕੱਲਾ ਤਾਂ ਬੰਦਾ ਇਕੱਲਾ ਹੀ ਆ। ਆਓ ਸਮਝਦੇ ਹਾਂ ਕਿਵੇਂ। ਘਰ ਵਿੱਚ ਇਕੱਲੀ ਰਹਿੰਦੀ ਬਜ਼ੁਰਗ ਇਸਤਰੀ ਨੇ ਆਪਣੀ ਭੈਣ ਨੂੰ ਆਪਣੇ ਕੋਲ ਇਹ ਕਹਿ ਕੇ ਰੱਖ ਲਿਆ ਕਿ 1 1 ਅਤੇ 2 11, ਵੀ ਮੈਂ ਤਾਂ ਭਾਈ ਉਰੇ ਰਹਿ ਰਹੀ ਹਾਂ ਇਕੱਲੀ ਹਾਂ, ਜੇ ਤੂੰ ਰਹੇਂਗੀ ਤਾਂ ਆਪਾਂ 11, ਭਾਵ ਅਸੀਂ 11 ਬੰਦੇ ਜਿੰਨੇ ਹੋ ਜਾਵਾਂਗੇ। ਭਾਵ ਸਾਡੀ ਹਿੰਮਤ, ਮੇਰਾ ਹੌਸਲਾ ਦੁੱਗਣਾ ਚੌਗੁਣਾ ਹੋ ਜਾਊਗਾ ਵੀ ਮੈਂ ਇਕੱਲੀ ਰਹਿ ਰਹੀ ਹਾਂ, ਮੈਂ ਤਾਂ ਇਕੱਲੀ ਹਾਂ, ਤੂੰ ਭੈਣ ਮੇਰੇ ਕੋਲ ਰਿਹਾ ਕਰ, ਮੈਂ ਫਿਰ ਜਦੋਂ ਤੂੰ ਮੇਰੇ ਕੋਲ ਆ ਗਈ ਮੈਂ ਇਕੱਲੀ ਨਹੀਂ, ਮੈਂ 11 ਸਮਾਨ ਹੋ ਜੂ। ਭਾਵ ਵੀ ਮੈਨੂੰ ਹੌਸਲਾ ਵੀ ਮਿਲੂਗਾ, ਮੈਂ ਇਕੱਲਾਪਣ ਵੀ ਦੂਰ ਹੋ ਜਾਊਗਾ ਅਤੇ ਮੈਨੂੰ 11 ਬੰਦੇ ਜਿੰਨਾ ਸਹਾਰਾ ਰਹੂਗਾ ਜੇ ਤੂੰ ਮੇਰੇ ਕੋਲ ਰਹੀ। ਅੱਗੇ ਹੈਗਾ ਬੇਟਾ 1 ਅਨਾਰ 100 ਬਿਮਾਰ। ਹੁਣ ਇਹ ਮੁਹਾਵਰੇ ਨਹੀਂ ਬੇਟਾ, ਇਹ ਜਿਹੜੀਆਂ ਅਖਾਣਾਂ ਹੁੰਦੀਆਂ ਨੇ ਇਹਨਾਂ ਦੇ ਜਿਹੜੇ ਅਰਥ ਨੇ ਬੜੇ ਡੂੰਘੇ ਹੁੰਦੇ ਨੇ, ਇਹਨਾਂ ਨੂੰ ਸਮਝਣਾ ਹੀ ਇਹਨਾਂ ਦੀ ਸਹੀ ਵਰਤੋਂ ਕਰਨ ਦੇ ਸਮਾਨ ਹੁੰਦਾ ਹੈ। 1 ਅਨਾਰ 100 ਬਿਮਾਰ। ਕਿਸੇ ਵਸਤੂ ਦੀ ਮੰਗ ਜ਼ਿਆਦਾ ਅਤੇ ਵਸਤੂ ਘੱਟ ਹੋਣੀ। ਜਿਵੇਂ ਆਪਾਂ ਕਹਿੰਦੇ ਹਾਂ ਕਿ ਭਾਈ ਬਿਮਾਰ ਬੰਦੇ ਨੂੰ ਅਨਾਰ ਖਵਾ ਦਿਓ। ਹੁਣ 1 ਅਨਾਰ ਹੈ ਅਤੇ 100 ਬਿਮਾਰ ਨੇ। ਹੁਣ 1 ਅਨਾਰ 100 ਬੰਦਿਆਂ ਦੇ ਵਿੱਚ ਕਿੱਦਾਂ ਅਸੀਂ ਵੰਡਾਂਗੇ। ਜਿੱਥੇ ਕਿਸੇ ਚੀਜ਼ ਦੀ ਜਿਹੜੀ ਮੰਗ ਹੁੰਦੀ ਆ ਉਹ ਜ਼ਿਆਦਾ ਹੋਵੇ ਅਤੇ ਚੀਜ਼ ਥੋੜ੍ਹੀ ਹੋਵੇ। ਜਿਵੇਂ ਪਰਮਜੀਤ ਵਿਦੇਸ਼ੋਂ ਇੱਕ ਲੈਪਟਾਪ ਲਿਆਇਆ ਸੀ। ਜਿਵੇਂ ਰਿਸ਼ਤੇਦਾਰ ਕਹਿੰਦੇ ਨੇ ਮੁੰਡਾ ਬਾਹਰੋਂ ਆਇਆ। ਪਰਮਜੀਤ ਵਿਦੇਸ਼ੋਂ ਇੱਕ ਲੈਪਟਾਪ ਲਿਆਇਆ ਸੀ ਪਰ ਉਸ ਦੇ 4 ਦੋਸਤਾਂ ਨੇ ਇਸ ਦੀ ਮੰਗ ਪਾਈ। 4 ਦੋਸਤਾਂ ਨੇ ਕਿਹਾ ਮੈਨੂੰ ਦੇ ਦੇ ਮੈਨੂੰ ਦੇ ਦੇ। ਜਿਵੇਂ 100 ਬਿਮਾਰ ਅਨਾਰ 1 ਹੋਵੇ, ਉਹਨਾਂ ਨੇ ਕਿਹਾ ਕਿ ਮੈਨੂੰ ਦੇ ਦੇ ਭਾਈ ਮੈਨੂੰ ਦੇ ਦੇ। ਪਰਮਜੀਤ ਨੇ ਹੱਸ ਕੇ ਕਿਹਾ ਕਿ 1 ਅਨਾਰ 100 ਬਿਮਾਰ। ਹੁਣ ਭਾਈ ਲੈਪਟਾਪ ਤਾਂ ਇੱਕ ਹੈ, ਤੁਸੀਂ ਉਹਨੂੰ ਲੈਣ ਵਾਲੇ 100 ਭਾਵ 100 ਅਨਾਰ ਤੋਂ ਭਾਵ 100 ਬਿਮਾਰ ਵਾਲੀ ਗੱਲ ਆ। 100 ਬਿਮਾਰ ਵੀ ਲੈਪਟਾਪ ਇੱਕ ਆ, ਤੁਸੀਂ ਇਹਨੂੰ ਲੈਣ ਵਾਲੇ 100 ਹੋ। ਹੱਸ ਕੇ ਕਹਿੰਦਾ ਵੀ ਯਾਰ ਮੈਂ ਕਿਹਨੂੰ ਦੇ ਦਾਂ, ਵੀ ਮੇਰੇ ਕੋਲ ਤਾਂ 1 ਲੈਪਟਾਪ ਆ, ਤੁਸੀਂ ਮੰਗਣ ਵਾਲੇ ਜ਼ਿਆਦਾ ਹੋ ਗਏ। ਜਿੱਥੇ ਬੇਟਾ ਚੀਜ਼ ਘੱਟ ਹੋਵੇ ਉਹਨੂੰ ਮੰਗਣ ਵਾਲੇ ਉਹਨੂੰ ਵਰਤਣ ਵਾਲੇ ਵੱਧ ਹੋਣ, ਉੱਥੇ ਇਹ ਖਾਣ ਦੀ ਵਰਤੋਂ ਹੁੰਦੀ ਹੈ। 7 ਨੰਬਰ ਈਦ ਪਿੱਛੋਂ ਤੰਬਾ ਫੂਕਣਾ। ਈਦ ਪਿੱਛੋਂ ਤੰਬਾ ਫੂਕਣਾ ਤੋਂ ਭਾਵ ਕੀ ਹੈ ਕਿ ਲੋੜ ਦੇ ਸਮੇਂ ਤੋਂ ਬਾਅਦ ਵਸਤੂ ਮਿਲਣ 'ਤੇ ਵਰਤਿਆ ਜਾਂਦਾ ਹੈ। ਜਦੋਂ ਆਪਾਂ ਕਹਿੰਦੇ ਵੀ ਭਾਈ ਕੋਈ ਚੀਜ਼ ਦੀ ਲੋੜ ਸੀ ਉਦੋਂ ਤਾਂ ਮਿਲੀ ਨਹੀਂ, ਬਾਅਦ ਦੇ ਵਿੱਚ ਆਮ ਹੋ ਗਈ, ਫਿਰ ਉਹਦਾ ਕੋਈ ਮੁੱਲ ਨਹੀਂ ਹੁੰਦਾ, ਕੋਈ ਵੈਲਿਊ ਨਹੀਂ ਹੁੰਦੀ। ਜਿਵੇਂ ਕਿ ਮਨਰੀਤ ਨੇ ਹਰਦੀਪ ਨੂੰ ਕਿਹਾ ਕਿ ਮੈਨੂੰ ਆਪਣਾ ਕੋਟ ਪਾਉਣ ਲਈ ਦੇਈਂ, ਮੈਂ ਇੱਕ ਪਾਰਟੀ 'ਤੇ ਜਾਣਾ ਹੈ। ਹਰਦੀਪ ਨੇ ਕਿਹਾ ਕਿ ਇਹ ਤਾਂ ਡਰਾਈ ਕਲੀਨਰ ਕੋਲ ਭੇਜਿਆ ਹੋਇਆ ਹੈ। ਕਹਿੰਦਾ ਇਹ ਤਾਂ ਭਾਈ ਡਰਾਈ ਕਲੀਨ ਹੋਣ ਲਈ ਗਿਆ ਹੋਇਆ ਹੈ।
परसों लै जाई। अज तो कहना मैं दे नहीं सकता, परसों लै जाई। पार्टी ते जिन्हें मंगया उन्हें अज जाना। इस ते मनरीत ने कहा कि ईद पिछों मैं तंबा फूकना है। कहना फिर मैं बाद च की करना, लोड़ तो मैनू अज सी। सो बेटा ये उत्थे वरत्या जाता जो तुहानूं कोई चीज़ आ तुसीं लै रहे हो। जिवें मान लो तुसीं अपने दोस्त नूं कहा कि मैनू पैन दई, वो कहूगा हुण तां मैं दे नहीं सकदा, इहदा सिक्का खत्म हो गया, मैं कल नूं सिक्का पवा के तैनूं कल नूं दे दूँ। तुसीं कहोगे ईद पिछों मैं तंबा ही करना, भी मैनू फिर कल नूं की चाहीदा, मैनूं तां हुण लोड़ है पैन दी। सो उस तरह वो कोट नूं बेटा इत्थे वरत्या गया। अगे है सद्दी ना बुलाई मैं लाड़े दी ताई। सद्दी ना बुलाई, ना किसी नूं सद्दिया ना बुलाया, वो आके कहे मैं लाड़े दी ताई। जदों कोई बिना पुछे ही अपनी सलाह देवे, ये अखाण उत्थे वरती जाती आ ਜਦੋਂ ਤੁਸੀਂ ਕਿਸੇ ਦੀ ਰਾਇ ਨਾ ਪੁੱਛੋ ਉਹ ਆਪਣੀ ਸਲਾਹਾਂ ਦੇਣ ਲੱਗ ਜੇ। ਜਿਵੇਂ ਰਾਜੂ ਤੇ ਉਸਦਾ ਪਿਓ ਕਿਸੇ ਗੱਲੋਂ ਝਗੜ ਰਹੇ ਸਨ। ਉਸ ਵੇਲੇ ਰਾਜੀਵ ਸ਼ਰਮਾ ਉਹਨਾਂ ਨੂੰ ਝਗੜਾ ਨਾ ਕਰਨ ਲਈ ਸਮਝਾਉਣ ਲੱਗਾ ਵੀ ਭਾਈ ਕਿਉਂ ਲੜਦੇ ਹੋ। ਮਤਲਬ ਉਹ ਉਹਨਾਂ ਨੇ ਬੁਲਾਇਆ ਨਹੀਂ ਸੀ ਕਿ ਸਾਨੂੰ ਹਟਾਵੇ। ਤਦ ਗੁੱਸੇ ਵਿੱਚ ਆਏ ਹੋਏ ਪਿਓ ਨੇ ਕਿਹਾ ਤੂੰ ਕੌਣ ਹੁੰਦਾ ਹੈ ਵਿੱਚ ਬੋਲਣ ਵਾਲਾ, ਅਕੇ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਮਤਲਬ ਕਹਿੰਦਾ ਤੂੰ ਸਾਨੂੰ ਕਿਉਂ ਸਲਾਹ ਦਿੰਦਾ ਵਿੱਚ ਆ ਕੇ। ਜਿਵੇਂ ਕਈ ਵਾਰੀ ਆਪਾਂ ਦੋ ਬੱਚੇ ਲੜਦੇ ਨੇ, ਤੀਜਾ ਉਹਨੂੰ ਕਹਿੰਦਾ ਤੁਸੀਂ ਲੜੋ ਨਾ, ਆਪਾਂ ਉਹਦੇ ਇੱਕ ਬੰਦਾ ਉਹਨਾਂ 'ਚੋਂ ਗਲ ਪੈ ਜੇ ਵੀ ਸੱਦੀ ਨਾ ਬੁਲਾਈ ਤੂੰ ਮੈਂ ਲਾੜੇ ਦੀ ਤਾਈ, ਵੀ ਤੂੰ ਸਾਡੀ ਗੱਲ ਆ ਤੂੰ ਵਿੱਚ ਕਿਉਂ ਬੋਲਦਾ। ਸੋ ਬੇਟਾ ਇੱਥੇ ਜਿਹੜੀ ਅਖਾਣ ਦੀ ਵਰਤੋਂ ਹੁੰਦੀ ਹੈ। ਅੱਗੇ ਅਸੀਂ ਪੜ੍ਹਦੇ ਹਾਂ 9 ਨੰਬਰ ਕਿ ਗਰੀਬਾਂ ਰੱਖੇ ਰੋਜੇ ਦਿਨ ਵੱਡੇ ਆਏ। ਹੁਣ ਗਰੀਬ ਬੇਟਾ ਜਿਹੜਾ ਬੰਦਾ ਜੇ ਉਹਨੇ ਰੋਜ਼ਾ ਭਾਵ ਹੁੰਦਾ ਵਰਤ ਰੱਖਣਾ, ਇਹ ਮੁਸਲਮਾਨ ਧਰਮ ਦੇ ਵਿੱਚ ਬੇਟਾ ਰੋਜ਼ੇ ਰੱਖੇ ਜਾਂਦੇ ਨੇ। ਜਿਵੇਂ ਹਿੰਦੂ ਮੱਤ ਦੇ ਵਿੱਚ ਅਸੀਂ ਵਰਤ ਰੱਖਦੇ ਹਾਂ, ਜਿਹਨੂੰ ਇੰਗਲਿਸ਼ ਦੇ ਵਿੱਚ ਫਾਸਟ ਕਹਿ ਦਿੰਦੇ ਹਾਂ। ਹੁਣ ਜਿਹੜੇ ਗਰੀਬ ਬੰਦੇ ਨੇ ਬੇਟਾ ਜੇ ਉਹਨਾਂ ਨੇ ਰੋਜ਼ਾ ਰੱਖਣਾ ਹੋਵੇ, ਵਿਚਾਰੇ ਉਹਨਾਂ ਦੇ ਘਰੇ ਰੋਟੀ ਪਾਣੀ ਰੁੱਕੀ ਸੁੱਕੀ ਜਿਹੀ ਜੀ ਹੈਗੀ ਹੈ ਕਿ ਤਾਂ ਉਹਨਾਂ ਨੇ ਚਲੋ ਭੁੱਖੇ ਮਰ ਗਏ ਹੋਵੇ, ਉਹਨਾਂ ਨੇ ਰੋਜ਼ਾ ਰੱਖਿਆ ਅਤੇ ਦਿਨ ਵੱਡੇ ਆਏ ਭਾਵ ਵੀ ਜੇ ਤਾਂ ਛੋਟਾ ਦਿਨ ਹੋਵੇ ਤਾਂ ਛੇਤੀ ਰੋਜ਼ਾ ਨਿਬੜ ਜਾਂਦਾ। ਜੇ ਬੰਦੇ ਦਾ ਜਿਹੜਾ ਦਿਨ ਆ ਵੱਡਾ ਹੋਵੇ ਤਾਂ ਉਹਨੂੰ ਜਿਹੜੀਆਂ ਸਮੱਸਿਆਵਾਂ ਇੱਕ ਸਮੱਸਿਆ ਤੋਂ ਬਾਅਦ ਦੂਸਰੀ ਸਮੱਸਿਆ ਦਾ ਆ ਜਾਣਾ, ਵੀ ਇੱਕ ਤਾਂ ਰੋਜ਼ਾ ਰੱਖ ਲਿਆ ਇੱਕ ਦਿਨ ਵੱਡਾ ਆ ਗਿਆ। ਜਿਵੇਂ ਜਦੋਂ ਕਿਸੇ ਗਰੀਬ ਦੇ ਕੰਮ ਵਿੱਚ ਵਾਰ-ਵਾਰ ਵਿਘਨ ਪਵੇ, ਸਮੱਸਿਆ ਆਵੇ ਵੀ ਇੱਕ ਤਾਂ ਯਾਰ ਅਸੀਂ ਵਰਤ ਰੱਖ ਲਿਆ ਉੱਪਰ ਦਿਨ ਵੱਡੇ ਹੋ ਗਏ, ਵੀ ਇੱਕ ਆਹ ਪੰਗਾ ਹੋ ਗਿਆ ਫਿਰ ਅਗਲਾ ਪੰਗਾ ਹੋ ਗਿਆ। ਜਿਵੇਂ ਗੁਰਮੀਤ ਨੇ ਇੱਕ ਟੈਂਪੂ ਪਾ ਲਿਆ। ਜਿਵੇਂ ਬੇਟਾ ਛੋਟਾ ਹਾਥੀ ਅਸੀਂ ਲੈਂਦੇ ਹਾਂ ਜਾਂ ਕੋਈ ਵੀ ਟਰੈਵਲਿੰਗ ਲਈ ਕੋਈ ਗੱਡੀ ਪਾ ਲਈ ਜਾਂ ਕੋਈ ਵੀ ਵਹੀਕਲ ਤੁਸੀਂ ਨੇ ਲੈ ਲਿਆ। ਗੁਰਮੀਤ ਨੇ ਇੱਕ ਟੈਂਪੂ ਪਾ ਲਿਆ, ਪਹਿਲੇ ਮਹੀਨੇ ਹੀ ਐਕਸੀਡੈਂਟ ਹੋ ਗਿਆ, ਕਿੱਡੀ ਸਮੱਸਿਆ ਆ ਗਈ ਉਹਨੂੰ, ਅਤੇ ਟੈਂਪੂ ਦਾ ਨੁਕਸਾਨ ਹੋ ਗਿਆ। ਗੁਰਮੀਤ ਵਾਲੀ ਤਾਂ ਉਹ ਗੱਲ ਬਣੀ ਕਿ ਗਰੀਬਾਂ ਰੱਖੇ ਰੋਜ਼ੇ ਅਤੇ ਦਿਨ ਵੱਡੇ ਆਏ। ਇੱਕ ਸਮੱਸਿਆ ਤੋਂ ਬਾਅਦ ਦੂਸਰੀ ਆ ਜਾਣੀ। ਗਰੀਬ ਬੰਦੇ ਨੇ ਕਿਸ਼ਤਾਂ ਪਾ ਕੇ ਇੱਕ ਟੈਂਪੂ ਲਿਆ, ਪਹਿਲੀ ਗੱਲ ਤਕਲੀਫ ਝੱਲੀ, ਦੂਸਰੀ ਗੱਲ ਉਹਦਾ ਐਕਸੀਡੈਂਟ ਹੋ ਗਿਆ। ਇੱਕ ਸਮੱਸਿਆ ਦਾ ਵਿਚਾਰੇ ਦੀ ਇਹ ਸੀ ਕਿ ਉਹਨੇ ਕਿਸ਼ਤਾਂ 'ਚ ਚੀਜ਼ ਲਈ, ਦੂਸਰਾ ਇਹ ਕਿ ਉਹਦਾ ਨੁਕਸਾਨ ਹੋ ਗਿਆ। ਅੱਗੇ ਹੈਗਾ 10 ਨੰਬਰ ਕਿ ਗਾਂ ਨਾ ਵੱਛੀ ਅਤੇ ਨੀਂਦਰ ਆਵੇ ਅੱਛੀ। ਹੁਣ ਬੇਟਾ ਜੇ ਅਸੀਂ ਦੇਖੀਏ ਕਿ ਇੱਕ ਜਿਹੜਾ ਨੌਜਵਾਨ ਆ ਵਿਆਹਿਆ ਵਰਿਆ ਅਤੇ ਇੱਕ ਨੌਜਵਾਨ ਕੁਆਰਾ ਹੈ, ਉਹ ਕਿਸੇ ਮੈਰਿਜ ਦੇ ਵਿੱਚ ਚਲੇ ਜਾਂਦੇ ਨੇ ਅਤੇ ਜਦੋਂ 5 ਵੱਜਦੇ ਨੇ, ਜਿਹੜਾ ਵਿਆਹਿਆ ਵਰਿਆ ਨੌਜਵਾਨ ਆ ਜਿਹਦੇ ਘਰ ਦੇ ਵਿੱਚ ਗਾਵਾਂ ਮੱਝਾਂ ਰੱਖੀਆਂ ਹੋਈਆਂ ਨੇ ਜਾਂ ਬਾਲ ਬੱਚੇ ਨੇ, ਉਹ ਪਾਰਟੀ ਦੇ ਵਿੱਚ ਬੈਠਾ 5 ਵਜੇ ਨੂੰ ਦੇਖ ਕੇ ਸੋਚਦਾ ਵੀ ਚਲੋ ਵੀ ਮਿੱਤਰਾ ਚੱਲੀਏ ਘਰ ਨੂੰ, ਵੀ ਡੰਗਰ ਬੱਚੇ ਦਾ ਵੀ ਕਰਨਾ ਬਾਲ ਬੱਚੇ ਦਾ ਵੀ ਦੇਖਣਾ। ਅਤੇ ਜਿਹੜਾ ਦੂਆ ਕੁਆਰਾ ਉਹ ਕਹਿੰਦਾ ਗਾਂ ਨਾ ਵੱਛੀ ਨੀਂਦਰ ਆਵੇ ਅੱਛੀ, ਵੀ ਜਾ ਮਿੱਤਰਾ ਤੂੰ ਤਾਂ ਜਾ ਘਰੇ, ਆਪਾਂ ਤਾਂ ਛੜੇ ਮਲੰਗਾ, ਨਾ ਕੋਈ ਬਾਲ ਬੱਚਾ ਨਾ ਕੋਈ ਡੰਗਰ ਬੱਚਾ, ਆਪਾਂ ਤਾਂ ਫਿਰ ਉਹ ਬੰਦੇ ਆ ਕਿ ਗਾਂ ਨਾ ਵੱਛੀ ਨੀਂਦਰ ਆਵੇ ਅੱਛੀ। ਜਿਵੇਂ ਜਿਸ ਦੇ ਸਿਰ 'ਤੇ ਕੋਈ ਜ਼ਿੰਮੇਵਾਰੀ ਨਾ ਹੋਵੇ, ਇਹ ਉਸ ਬੰਦੇ ਲਈ ਅਸੀਂ ਅਖਾਣ ਵਰਤਦੇ ਹਾਂ ਵੀ ਜਿਹਦੇ ਸਿਰ 'ਤੇ ਕੋਈ ਜ਼ਿੰਮੇਵਾਰੀ ਨਾ ਹੋਵੇ। ਦਾਮਨ ਹਰ ਸਮੇਂ ਖੁਸ਼ ਰਹਿੰਦਾ ਹੈ ਕਿਉਂਕਿ ਉਹ ਛੜਾਂਗ ਹੈ, ਭਾਵ ਉਹ ਵਿਆਹਿਆ ਨਹੀਂ ਹੋਇਆ ਅਤੇ ਕੋਈ ਜ਼ਿੰਮੇਵਾਰੀ ਵੀ ਨਹੀਂ। ਉਸ ਦੀ ਤਾਂ ਉਹ ਗੱਲ ਹੈ ਗਾਂ ਨਾ ਵੱਛੀ ਅਤੇ ਨੀਂਦਰ ਆਵੇ ਅੱਛੀ। ਜਿਵੇਂ ਆਪਾਂ ਉੱਪਰ ਐਗਜ਼ਾਮਪਲ ਸਮਝੀਏ ਬੇਟਾ ਉਸੇ ਤਰ੍ਹਾਂ। ਅੱਗੇ ਹੈਗਾ 11 ਨੰਬਰ, ਕਹਿੰਦੇ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ 'ਤੇ। ਕਸੂਰ ਕਿਸੇ ਹੋਰ ਦਾ ਹੋਵੇ ਅਤੇ ਗੁੱਸਾ ਕਿਸੇ ਹੋਰ 'ਤੇ ਕੀਤਾ ਜਾਵੇ। ਜਿਵੇਂ ਨਵਦੀਪ ਅਤੇ ਹਰਦੀਪ ਦਫ਼ਤਰ ਵਿੱਚ ਕਿਸੇ ਗੱਲੋਂ ਝਗੜ ਪਏ। ਹੁਣ ਮੰਨ ਲਓ ਇਹ ਚਾਹੇ ਨਵਦੀਪ ਅਤੇ ਹਰਦੀਪ ਦੋ ਕੁੜੀਆਂ ਨੇ ਜਾਂ ਮੁੰਡੇ ਨੇ,
ਨਵਦੀਪ ਤੇ ਹਰਦੀਪ ਦਫ਼ਤਰ ਵਿੱਚ ਕਿਸੇ ਗੱਲੋਂ ਝਗੜ ਪਏ, ਉਹਨਾਂ ਵਿੱਚ ਆਪਸੀ ਝਗੜਾ ਹੋ ਗਿਆ। ਥੋੜ੍ਹੀ ਦੇਰ ਬਾਅਦ ਜਦੋਂ ਰਤਨ ਚੰਦ ਨੇ ਹਰਦੀਪ ਤੋਂ ਫਾਈਲ ਮੰਗੀ, ਹੁਣ ਕੋਈ ਵਿਅਕਤੀ ਆ ਰਤਨ ਚੰਦ, ਉਹਨੇ ਕਿਹਾ ਵੀ ਹਰਦੀਪ ਆਹ ਫਾਈਲ ਦਈ ਮੈਨੂੰ। ਹਰਦੀਪ ਤੋਂ ਫਾਈਲ ਮੰਗੀ ਤਾਂ ਉਸਨੇ ਗੁੱਸੇ ਵਿੱਚ ਭਗਾ ਕੇ ਮਾਰੀ, ਮਤਲਬ ਚੱਕ ਫਾਈਲ। ਇਸ 'ਤੇ ਰਤਨ ਚੰਦ ਨੇ ਕਿਹਾ, ਭਾਈ ਤੇਰੇ ਵਾਲੀ ਤਾਂ ਉਹ ਗੱਲ ਹੈ ਕਿ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ 'ਤੇ। ਭਾਈ ਤੁਸੀਂ ਲੜੇ ਆਪਸ ਵਿੱਚੋਂ। ਉਹ ਕਹਿੰਦਾ ਭਾਈ ਝਗੜਾ ਤੇਰਾ ਨਵਦੀਪ ਨਾਲ ਹੈ, ਪਰ ਗੁੱਸਾ ਤੂੰ ਮੇਰੇ 'ਤੇ ਕੱਢ ਰਿਹਾ। ਸੋ ਬੇਟਾ ਇੱਥੇ ਇਹ ਅਖਾਣ ਦੀ ਵਰਤੋਂ ਕਰਦੇ ਹਾਂ ਜਦੋਂ ਕੋਈ ਕਿਸੇ ਦਾ ਗੁੱਸਾ ਤੁਹਾਡੇ 'ਤੇ ਲਾਹੇ, ਅਸੀਂ ਉਹਨੂੰ ਇਹ ਮੁਹਾਵਰਾ ਵਰਤ ਕੇ ਸੁਚੇਤ ਕਰ ਸਕਦੇ ਹਾਂ ਜਾਂ ਉਹਦੇ ਨਾਲ ਗੱਲਬਾਤ ਕਰ ਸਕਦੇ ਹਾਂ। 12 ਨੰਬਰ ਹੈ ਦਾਲ ਵਿੱਚ ਕੁਝ ਕਾਲਾ ਹੋਣਾ, ਮਾਮਲੇ ਵਿੱਚ ਕੁਝ ਹੇਰਾ ਫੇਰੀ ਹੋਣ ਦਾ ਸ਼ੱਕ ਹੋਣਾ। ਅੱਜ ਮੇਰਾ ਗੁਆਂਢੀ MLA ਸੁਰਿੰਦਰ ਸਿੰਘ ਬੜਾ ਹੱਸ ਕੇ ਗੱਲਾਂ ਕਰਦਾ ਹੈ, ਅੱਗੇ ਕਿਸੇ ਨੂੰ ਬੁਲਾਉਂਦਾ ਤੱਕ ਨਹੀਂ ਸੀ, ਜ਼ਰੂਰ ਦਾਲ ਵਿੱਚ ਕੁਝ ਕਾਲਾ ਜਾਪਦਾ ਹੈ। ਜਿਵੇਂ ਬੇਟਾ ਕੋਈ ਬੰਦਾ ਹੈ, ਲਾ ਲਓ ਤੁਹਾਡਾ ਗੁਆਂਢੀ ਆ, ਤੁਹਾਡਾ ਕੋਈ ਪਿੰਡ 'ਚ ਰਹਿਣ ਵਾਲਾ ਬੰਦਾ ਹੈ, ਉਹ ਉਂਝ ਤਾਂ ਤੁਹਾਨੂੰ ਕਦੇ ਨਹੀਂ ਬੁਲਾਉਂਦਾ, ਫਿਰ ਤੁਹਾਨੂੰ ਹੱਸ ਕੇ ਸਮਾਈਲ ਕਰੇ, ਹਾ ਹੀ ਕਰੇ, ਵੀ ਤੁਹਾਨੂੰ ਬੁਲਾਵੇ, ਹੋਰ ਬਾਈ ਕੀ ਹਾਲ ਆ, ਜਾਂ ਹੋਰ ਭੈਣੇ ਕੀ ਹਾਲ ਆ, ਅਤੇ ਅਸੀਂ ਸੋਚਾਂਗੇ ਕਿ ਅੱਗੇ ਤਾਂ ਇਹ ਕਦੇ ਮੈਨੂੰ ਬੁਲਾਉਂਦਾ ਨਹੀਂ, ਅੱਜ ਬੜਾ ਹੱਸ ਕੇ ਬੁਲਾ ਰਿਹਾ, ਵੀ ਜ਼ਰੂਰ ਦਾਲ 'ਚ ਕੁਝ ਕਾਲਾ ਹੈ, ਹੁਣ ਵੋਟਾਂ ਆਉਣ ਵਾਲੀਆਂ ਨੇ ਤਾਂ ਬੰਦਾ ਇਹ ਲਾਲਚ ਦਾ ਮਾਰਾ ਮੈਨੂੰ ਬੁਲਾ ਰਿਹਾ। ਅੱਗੇ ਹੈਗਾ ਬੇਟਾ 14 ਨੰਬਰ ਕਿ ਘਰ ਦੀ ਮੁਰਗੀ ਦਾਲ ਬਰਾਬਰ। ਜਿਹੜੀ ਦਾਲ ਹੁੰਦੀ ਆਪਾਂ ਘਰ 'ਚ ਧਰਦੇ ਹਾਂ, ਆਪਾਂ ਨੂੰ ਐਂ ਸੋਚਦੇ ਹਾਂ ਵੀ ਚਲੋ ਠੀਕ ਆ ਦਾਲ ਹੈ। ਘਰ ਦੀ ਮੁਰਗੀ, ਜੇ ਚਿਕਨ ਜਿਹੜਾ ਅਸੀਂ ਬਾਹਰੋਂ ਚਿਕਨ ਮਤਲਬ ਲੋਕ ਮੀਟ ਖਾਂਦੇ ਨੇ, ਵੀ ਜੇ ਕਹਿੰਦਾ ਘਰ ਦਾ ਮੀਟ ਮੁਰਗਾ ਮਾਰ ਕੇ ਮੀਟ ਬਣਾਈਏ, ਉਹ ਕਹਿੰਦਾ ਦਾਲ ਦੇ ਬਰਾਬਰ, ਉਹਦੀ ਕੋਈ ਬਾਹਲੀ ਵੈਲਿਊ ਨਹੀਂ ਸਮਝਦੇ, ਉਹਦੀ ਕੀਮਤ ਨਹੀਂ ਸਮਝਦੇ। ਜੇ ਬਾਹਰੋਂ ਲੈ ਕੇ ਆਈਏ ਤਾਂ ਕੋਈ 500 ਰੁਪਏ ਦਾ ਲੈ ਕੇ ਆਏ ਬਰੈਲਰ, ਇਹ ਹੁਣ ਅਸੀਂ ਜਿਹੜਾ ਦੇਸੀ ਮੁਰਗਾ ਘਰੇ ਬਣਾਵਾਂਗੇ, ਵੀ ਬਹੁਤ ਮਹਿੰਗਾ, ਬਹੁਤ ਕੀਮਤ ਆ ਉਹਦੀ। ਜਿੱਥੇ ਬੇਟਾ ਘਰ ਦੀ ਚੰਗੀ ਚੀਜ਼ ਨੂੰ ਮਾੜਾ ਸਮਝਣਾ ਹੋਵੇ, ਉੱਥੇ ਇਹ ਖਾਣ ਦੀ ਵਰਤੋਂ ਹੁੰਦੀ ਹੈ। ਜਿਵੇਂ ਭਾਰਤੀ ਕੋਚ ਬਥੇਰੇ ਨਿਪੁੰਨ ਹਨ। ਕੋਚ ਬੇਟਾ ਜਿਵੇਂ ਕੋਈ ਹਾਕੀ ਕੋਚ ਆ, ਕਬੱਡੀ ਕੋਚ ਆ, ਫੁੱਟਬਾਲ ਕੋਚ ਆ, ਕ੍ਰਿਕਟ ਕੋਚ ਆ। ਭਾਰਤੀ ਕੋਚ ਬਥੇਰੇ ਨਿਪੁੰਨ ਹਨ, ਵਿਦੇਸ਼ੀ ਕੋਚ ਇਹਨਾਂ ਨਾਲੋਂ ਬਿਹਤਰ ਨਹੀਂ। ਜਿਹੜੇ ਕੋਚ ਅਸੀਂ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ 'ਚੋਂ ਲੈ ਕੇ ਆ ਰਹੇ ਹਾਂ, ਜਿਵੇਂ ਆਪਾਂ ਕਹਿੰਦੇ ਵੀ ਬਾਹਰੋਂ ਖਰੀਦਿਆ ਹੋਇਆ ਮੁਰਗਾ, ਘਰ ਵਾਲਾ ਮੁਰਗਾ ਅਤੇ ਉਹ ਮੁਰਗਾ ਸੇਮ ਹੀ ਨੇ, ਘਰ ਵਾਲਾ ਕੋਚ ਅਤੇ ਬਾਹਰਲਾ ਕੋਚ ਸੇਮ ਹੀ ਨੇ। ਜਿਵੇਂ ਵਿਦੇਸ਼ੀ ਕੋਚ ਇਹਨਾਂ ਨਾਲੋਂ ਬਿਹਤਰ ਨਹੀਂ, ਅਸੀਂ ਘਰ ਦੀ ਮੁਰਗੀ ਦਾਲ ਬਰਾਬਰ ਸਮਝ ਕੇ ਆਪਣਿਆਂ ਦਾ ਮੁੱਲ ਨਹੀਂ ਪਾਉਂਦੇ। ਅਸੀਂ ਕਹਿੰਦੇ ਹਾਂ ਜਿਵੇਂ ਘਰ ਦੀ ਮੁਰਗੀ ਦਾਲ ਬਰਾਬਰ ਸਮਝਦੇ ਵੀ ਉਹ ਘਰੇ ਵਾਲਾ ਮੁਰਗਾ ਕੀ ਮੁਰਗਾ, ਬਾਹਰਲਾ ਮੁਰਗਾ। ਕਹਿੰਦੇ ਜਿਹੜੇ ਕੋਚ ਸਾਡੇ ਕੋਲ ਆ ਹਾਕੀ ਅਤੇ ਕ੍ਰਿਕਟ ਨੂੰ ਵਧੀਆ ਖਿਡਵਾਉਣ ਵਾਲੇ ਹਨ, ਅਸੀਂ ਉਹਨਾਂ ਨੂੰ ਮੁਰਗੀ ਘਰ ਵਾਲੀ ਮੁਰਗੀ ਦੇ ਬਰਾਬਰ ਸਮਝਦੇ ਹਾਂ। ਇਸ ਕਰਕੇ ਇਹ ਬਾਹਰੋਂ ਕੋਚ ਲੈ ਕੇ ਆਉਂਦੇ, ਕਹਿੰਦੇ ਇੰਨੇ ਬਿਹਤਰ ਨਹੀਂ ਹੈਗੇ ਬਾਹਰਲੇ, ਪਰ ਫਿਰ ਵੀ ਅਸੀਂ ਕੀ ਸਮਝਦੇ ਹਾਂ, ਘਰ ਦੀ ਮੁਰਗੀ ਦਾਲ ਬਰਾਬਰ। ਵੀ ਅਸੀਂ ਘਰ ਵਾਲੇ ਕੋਚਾਂ ਨੂੰ, ਇੱਥੋਂ ਦੇ ਭਾਰਤ ਦੇ ਨਿਪੁੰਨ ਕੋਚਾਂ ਨੂੰ ਘਰ ਦੀ ਮੁਰਗੀ ਦੇ ਬਰਾਬਰ ਸਮਝਦੇ ਹਾਂ, ਭਾਵ ਅਸੀਂ ਆਪਣਿਆਂ ਦਾ ਮੁੱਲ ਨਹੀਂ ਪਾਉਂਦੇ। ਮੁੱਲ ਨਾ ਪਾਉਣ ਤੋਂ ਭਾਵ ਬੇਟਾ ਵੀ ਬਾਹਰੋਂ ਕੋਚ ਲੈ ਕੇ ਆਉਂਦੇ, ਅਸੀਂ ਬਾਹਰੋਂ ਉਹਨਾਂ ਨੂੰ ਇੰਨੇ ਪੈਸੇ ਦਿੰਦੇ ਹਾਂ, ਲੱਖਾਂ ਰੁਪਈਏ, ਘਰ ਵਾਲਿਆਂ ਨੂੰ ਨਹੀਂ ਦਿੰਦੇ। ਜੇ ਅਸੀਂ ਘਰੇ ਕੋਈ ਮੁਰਗਾ ਰੱਖਿਆ ਹੋਇਆ, ਮਤਲਬ ਇਹ ਬੇਟਾ ਮਾਰਨਾ ਨਹੀਂ ਚਾਹੀਦਾ, ਜੀਵ ਆ ਵਿਚਾਰਾ, ਵੀ ਅਸੀਂ ਕਹੇ ਵੀ ਇਹਨੂੰ ਵੱਢ ਕੇ ਬਣਾ ਲਓ, ਇਹ ਕੀ ਆ, ਘਰ ਵਾਲਾ ਮੁਰਗਾ ਥੋੜ੍ਹੀ ਆ, ਬਾਹਰੋਂ ਲੈ ਕੇ ਆਓ 500-700 ਦਾ, ਵੀ ਇਹ ਮੁਰਗਾ, ਵੀ ਅਸੀਂ ਘਰ ਵਾਲੇ ਦਾ ਕੋਈ ਮੁੱਲ ਹੀ ਨਹੀਂ ਪਾਉਂਦੇ। ਸੋ ਜਿਵੇਂ ਅਸੀਂ ਕਹਿੰਦੇ ਵੀ ਕੋਚ, ਆਪਾਂ ਕਹਿੰਦੇ ਇਹ ਕਿਹੜਾ ਵਧੀਆ ਕੋਚ ਆ, ਇਹ ਤਾਂ ਉਰੇ ਵਾਲਾ ਆਪਣੇ ਵਾਲਾ ਹੀ ਆ, ਬਾਹਰੋਂ ਲੈ ਕੇ ਆਓ ਉਹ ਵਧੀਆ ਹੋਊ, ਉਹਨੂੰ ਦਿਓ 2-4 ਲੱਖ ਰੁਪਈਆ। ਵੀ ਜਦੋਂ ਅਸੀਂ ਆਪਦੇ ਬੰਦਿਆਂ ਦਾ ਬੇਟਾ ਮੁੱਲ ਨਹੀਂ ਪਾਉਂਦੇ, ਕਦਰ ਨਹੀਂ ਕਰਦੇ, ਉੱਥੇ ਇਹ ਖਾਣ ਦੀ ਵਰਤੋਂ ਹੁੰਦੀ ਹੈ। ਅੱਗੇ ਹੈਗਾ ਬੇਟਾ ਘਰ ਦਾ ਭੇਤੀ ਲੰਕਾ ਢਾਹੇ। ਭੇਤੀ ਆਦਮੀ ਵਧੇਰੇ ਨੁਕਸਾਨ ਪਹੁੰਚਾਉਂਦਾ ਹੈ। ਮੰਨ ਲਓ 2 ਬੱਚੇ ਆਪਸ ਵਿੱਚ ਬੈਠੇ ਨੇ, ਉਹਨਾਂ 'ਚ ਇੱਕ ਲੇਜ ਕੁਰਕਰੇ ਲਿਆ ਆ, ਸਕੂਲ ਦੇ ਵਿੱਚ ਬੰਦਿਸ਼ ਹੈ ਕਿ ਕਿਸੇ ਨੇ ਭਾਈ ਉਹ ਜਿਹੜਾ ਲੈ ਕੇ ਨਹੀਂ ਆਉਣੇ, ਅਤੇ ਪ੍ਰਿੰਸੀਪਲ ਮੈਡਮ ਰਾਊਂਡ 'ਤੇ ਆਏ, ਅਤੇ ਉਹਨਾਂ ਜਿਹੜੇ ਦੋਵੇਂ ਮੁੰਡੇ ਬੈਠੇ ਨੇ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਖੁੰਦਕ ਹੋ ਗਏ, ਉਹਨਾਂ ਨੇ ਉਹ ਇੱਕ ਦੂਜੇ ਨੂੰ ਮੁੱਕੀ ਮਾਰਤੀ, ਲੜ ਪਏ। ਜਦੋਂ ਪ੍ਰਿੰਸੀਪਲ ਮੈਡਮ ਆਏ ਤਾਂ ਉਹਨੇ ਵਿਚਲੇ ਨੇ ਜਿਹੜੇ ਬੰਦੇ ਕੋਲ ਕੁਰਕਰੇ ਨਹੀਂ ਸਨ, ਉਹਨੂੰ ਪਤਾ ਸੀ ਕਿ ਮੇਰੇ ਨਾਲ ਵਾਲਾ ਲੈ ਕੇ ਆਇਆ, ਉਹਨਾਂ ਦੇ ਵਿੱਚ ਮਾੜੀ ਤਕਰਾਰਬਾਜ਼ੀ ਕੀ ਹੋਈ, ਉਹ ਉੱਠ ਕੇ ਪ੍ਰਿੰਸੀਪਲ ਮੈਮ ਕੋਲ ਗਿਆ, ਗੇਟ 'ਤੇ ਜਾ ਕੇ ਦੱਸ ਕੇ ਆਇਆ ਜੀ ਮੇਰੇ ਦੋਸਤ ਦੇ ਬੈਗ 'ਚ ਕੀ ਨੇ, ਲੇਜ ਕੁਰਕਰੇ ਨੇ। ਮੈਡਮ ਆਏ, ਉਹਦਾ ਬੈਗ ਖਿਲਾਇਆ, ਥੱਪੜ ਮਾਰੇ, ਲੇਜ ਕੁਰਕਰੇ ਬਾਹਰ ਲੈ ਕੇ ਚਲੇ ਗਏ। ਜਦੋਂ ਸ਼ਾਂਤੀ ਹੋਈ ਕਲਾਸ 'ਚ, ਉਹਦੇ ਨਾਲ ਵਾਲੇ ਦੋਸਤ ਨੇ ਪੁੱਛਿਆ ਵੀ ਤੂੰ ਕਿਵੇਂ ਫਸ ਗਿਆ ਸੀ, ਲੇਜ ਕੁਰਕਰੇ ਕਿਵੇਂ ਫਸ ਗਏ ਤੇਰੇ? ਉਹ ਕਹਿੰਦਾ ਘਰ ਦਾ ਭੇਤੀ ਲੰਕਾ ਢਾਏ। ਆ ਮੇਰੇ ਦੋਸਤ ਨੂੰ ਮੈਂ ਮਾੜਾ ਜਿਹਾ
ਜਿੱਦ ਬਹਿਸ ਤਾਂ ਕੀ ਹੋਊਗੀ, ਲੜ ਤਾਂ ਕੀ ਪਏ। ਇਹਨੇ ਦੱਸਿਆ ਨਹੀਂ, ਮੈਮ ਨੂੰ ਕੀ ਪਤਾ ਲੱਗਦਾ ਸੀ ਕਿ ਮੇਰੇ ਕੋਲ ਲੇਜ ਕੁਰਕਰੇ ਨੇ। ਬੇਟਾ ਇਸ ਤਰ੍ਹਾਂ ਹੁਣ ਇਹ ਅਸੀਂ ਗੱਲਬਾਤ 'ਚ ਕਿੰਨਾ ਸ਼ਾਮਲ ਕਰਦੇ ਹਾਂ ਕਿ ਭਾਈਵਾਲ ਜਸਪਾਲ ਸਿੰਘ ਨਾਲ ਝਗੜਾ ਹੋਣ ਮਗਰੋਂ ਦੂਸਰੇ ਹੀ ਦਿਨ ਜਦੋਂ ਕੇਰੂ ਦੇ ਘਰੋਂ ਸਮਗਲਿੰਗ ਦਾ ਸਮਾਨ ਫੜਿਆ ਗਿਆ ਤਾਂ ਉਸ ਨੇ ਕਿਹਾ ਘਰ ਦਾ ਭੇਤੀ ਲੰਕਾ ਢਾਏ। ਇਹ ਸਾਰੀਆਂ ਸ਼ਰਾਰਤਾਂ ਜਸਪਾਲ ਦੀਆਂ ਨੇ, ਜਾਂ ਸਾਰੀ ਸ਼ਰਾਰਤ ਜਸਪਾਲ ਦੀ ਹੈ, ਕਿਉਂਕਿ ਉਸ ਤੋਂ ਬਿਨਾਂ ਇਸ ਦਾ ਹੋਰ ਕਿਸੇ ਨੂੰ ਨਹੀਂ ਪਤਾ ਸੀ। ਹੁਣ ਬੇਟਾ ਜਿਹੜਾ ਕੇਰੂ ਆ ਅਤੇ ਜਸਪਾਲ ਆਪਸ ਵਿੱਚ ਲੜ ਪੈਂਦੇ ਨੇ। ਥੋੜ੍ਹੇ ਦਿਨਾਂ ਬਾਅਦ ਸਮਗਲਿੰਗ ਦਾ ਸਮਾਨ ਬੇਟਾ ਲਾ ਲਓ ਵੀ ਉਹਦੇ ਕੋਲ ਕੋਈ ਅਸਲਾ ਹੈ ਜਾਂ ਅਫੀਮ ਭੁੱਕੀ ਹੈ, ਉਹਦੇ ਕੋਲ ਕੋਈ ਨਸ਼ਾ ਹੈ, ਅਤੇ ਪੁਲਿਸ ਆਈ ਉਹਨੂੰ ਫੜ ਕੇ ਲੈ ਗਈ। ਜਦੋਂ ਫੜ ਕੇ ਲੈ ਕੇ ਗਈ ਤਾਂ ਜਿਹੜਾ ਕੇਰੂ ਸੀ ਉਹਨੇ ਕਿਹਾ, ਕਹਿੰਦਾ ਬਈ ਇਹ ਘਰ ਦਾ ਭੇਤੀ ਲੰਕਾ ਢਾਏ ਵਾਲੀ ਗੱਲ ਆ ਵੀ ਮੇਰੀ ਜਸਪਾਲ ਨਾਲ ਬਹੁਤ ਅੱਛੀ ਦੋਸਤੀ ਸੀ। ਇਹ ਗੱਲ ਦਾ ਪਿੰਡ 'ਚ ਕਿਸੇ ਨੂੰ ਨਹੀਂ ਸੀ ਪਤਾ। ਇਹ ਜ਼ਰੂਰ ਜਸਪਾਲ ਦੀ ਸ਼ਰਾਰਤ ਆ ਜਿਹਦੇ ਕਰਕੇ ਮੈਂ ਫਸ ਗਿਆ। ਅਤੇ ਇਹ ਤਾਂ ਉਹ ਗੱਲ ਹੋ ਗਈ ਘਰ ਦਾ ਭੇਤੀ ਲੰਕਾ ਢਾਏ, ਜਿਵੇਂ ਉਹ ਲੇਜ ਕੁਰਕਰੇ ਫੜੇ ਜਾਂਦੇ ਨੇ। ਸੋ ਪਿਆਰੇ ਬੱਚੋ, ਇਹ ਸਨ ਤੁਹਾਡੇ ਸਿਲੇਬਸ ਅਤੇ ਵਿੱਚ ਦਿੱਤੀਆਂ ਹੋਈਆਂ ਅਖਾਣਾਂ। ਜਿਹੜੀਆਂ ਅਖਾਣਾਂ ਨੇ ਬੇਟਾ ਇਹ ਲੋਕ ਸੱਚਾਈਆਂ ਦੇ ਵਿੱਚੋਂ ਜਨਮੀਆਂ ਨੇ। ਇਹਨਾਂ ਦਾ ਜਿਹੜਾ ਬਹੁਤ ਵੱਡਾ ਪੱਖ ਹੁੰਦਾ ਹੈ ਜਾਂ ਭਾਗ ਹੁੰਦਾ ਹੈ ਉਹ ਰਿਐਲਿਟੀ ਹੁੰਦੀ ਆ, ਸੱਚਾਈ ਹੁੰਦੀ ਆ। ਜਿਹੜੇ ਮੁਹਾਵਰੇ ਹੁੰਦੇ ਨੇ ਉਹਨਾਂ ਨੂੰ ਅਸੀਂ ਆਪਣੇ ਕੋਲੋਂ ਵਾਕ ਬਣਾ ਕੇ ਵੀ ਪੇਸ਼ ਕਰ ਸਕਦੇ ਹਾਂ, ਪਰ ਇੱਕ ਜੋ ਅਖਾਣ ਦੀ ਸੱਚਾਈ ਆ ਜਾਂ ਜੋ ਉਸ ਦੇ ਜੋ ਅਰਥ ਨੇ ਉਹਨਾਂ ਨੂੰ ਅਸੀਂ ਆਪਣੀ ਮਰਜ਼ੀ ਅਨੁਸਾਰ ਨਹੀਂ ਬਦਲ ਸਕਦੇ, ਜਾਂ ਉਹਨਾਂ ਦੇ ਅਰਥ ਅਸੀਂ ਆਪਣੀ ਮਰਜ਼ੀ ਅਨੁਸਾਰ ਨਹੀਂ ਬਣਾ ਸਕਦੇ। ਸੋ ਪਿਆਰੇ ਬੱਚਿਓ, ਪੰਜਾਬੀ ਵਿਆਕਰਨ ਦੇ ਨਾਲ ਸੰਬੰਧਿਤ ਹੋਰ ਜਾਣਕਾਰੀ ਹਾਸਲ ਕਰਨ ਲਈ ਆਪ ਜੀ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਅਖਾਣਾਂ ਦੇ ਨਾਲ ਸੰਬੰਧਿਤ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ ਐਂਡ ਸਤਿ ਸ਼੍ਰੀ ਅਕਾਲ।